कृपा करहु दीन के दाते। मेरा गुण अवगुण ना विचारियो कोई। माटी का क्या धोपै स्वामी, मानस की गत एही। धन वाहिगुरु साहिब जीओ। वाहिगुरु सच्ची बाणी। सच्चे गुण गावहीं तित घर सुहेला होई राम। निर्मल गुण साचे तन मन साचा, बिच साचा पुरख प्रभ सोई राम। सब सचो वरतै सचो बोलै, जो सच करे सो होई। जह देखां तह सच पसरिया, अवर ना दूजा कोई। सच्चे उपजै सच समावै, मर जन्मै दूजा होई। नानक सब किछु आपे करता, आप करावै सोई। सच्चे भगत सोहें दरबारी, सचो सच बखाणे राम। घट अंतरी साची बाणी, साचो आप पछाणे राम। आप पछाणे तां सच जाने, साचे सोझी होई। सच्चा शब्द सच्ची है शोभा, साचे ही सुख होई। साच रते भगत इक रंगी, दूजा रंग ना कोई। नानक जिस कौ मस्तक लिखिया, तिस सच प्राप्त होई। नानक जिस कौ मस्तक लिखिया, तिस सच प्राप्त होई। शब्द गुरु साहिब श्री गुरु ग्रंथ साहिब महाराज साहिब सच्चे पातशाह जी की पावन पवित्र हजूरी विच निता प्रति जुड़ मिल बैठे गुरु प्यार विच भिज के हर रोज सेवा सिमरन गुरबाणी विचार सुनते हो। पातशाह जी की पावन बाणी दे विचों आपां जो शब्द पढ़िया है, आओ विचार आरंभ करिए। विचार की आरंभता तो पहला आपस विच गुरफतेह की सांझ पाउणी। सब ने प्रेम भावना सत्कार सहित बोलना जी आखियो। वाहिगुरु जी का खालसा, वाहिगुरु जी की फतेह।
ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਪਿਛਲੇਰੇ ਸ਼ਬਦਾਂ ਦੇ ਵਿੱਚ ਵੀ ਸੱਚ ਦੇ ਸੰਬੰਧੀ, ਮਨੁੱਖ ਦੇ ਜੀਵਨ ਵਿੱਚ ਜਿਹੜੀ ਸੱਚ ਆ ਇਹ ਹੋਣੀ ਅਤੀ ਜ਼ਰੂਰੀ ਆ। ਸੱਚ ਤੋਂ ਰਹਿਤ ਉਹ ਮਨੁੱਖ ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਪਿਆਰਾ ਨਹੀਂ ਬਣ ਸਕਦਾ, ਕਿਉਂਕਿ ਸੱਚੇ ਜੀਵਨ ਦੇ ਵਿੱਚ ਹੀ ਆਚਰਣ, ਸੱਚੇ ਜੀਵਨ ਦੇ ਵਿੱਚ ਹੀ ਸੰਤੋਖ, ਸੱਚੇ ਜੀਵਨ ਦੇ ਵਿੱਚ ਹੀ ਪ੍ਰੇਮਾ ਭਗਤੀ, ਸੱਚੇ ਜੀਵਨ ਦੇ ਵਿੱਚ ਹੀ ਮਨੁੱਖ ਦੇ ਅੰਦਰ ਇੱਕ ਅਕਾਲ ਪੁਰਖ ਗੁਰੂ ਦੇ ਪ੍ਰਤੀ ਸਤਿਕਾਰ, ਸ਼ਰਧਾ ਹੈ। ਸੱਚ ਦੇ ਵਿੱਚੋਂ ਫੋਟ ਹੁੰਦੀ ਆ। ਅੱਜ ਵੀ ਗੁਰੂ ਸਾਹਿਬ ਨੇ ਇਹੀ ਹੀ ਗੱਲ ਉਸੇ ਹੀ ਸ਼ਬਦਾਂ ਦੇ ਮੁਤਾਬਕ ਅਗਲੇ ਬੰਦ ਵਿੱਚ ਜ਼ਿਕਰ ਕੀਤਾ, ਕਿਉਂਕਿ ਸ਼ਬਦ ਇੱਕ ਸੀ, ਆਪਾਂ ਬੰਦ ਰੋਜ਼ਾਨਾ ਪੜ੍ਹਦੇ ਆ ਰਹੇ ਹਾਂ। ਫਿਰ ਪਾਤਸ਼ਾਹ ਜੀ ਕਹਿੰਦੇ ਸੱਚੇ ਜੀਵਨ ਦੇ ਵਿੱਚੋਂ ਜਿਹੜੀ ਪ੍ਰੇਮਾ ਭਗਤੀ ਆ ਉਹ ਬੰਦੇ ਨੂੰ ਜਿਹੜਾ ਜ਼ਿੰਦਗੀ ਦਾ ਰੰਗ ਆ ਨਾ ਉਹ ਐਸਾ ਚੜਾ ਦਿੰਦੀ ਆ ਕਿ ਬੰਦਾ ਖੁਦ ਆਪਣੇ ਆਪ ਨੂੰ ਇੱਦਾਂ ਮਹਿਸੂਸ ਕਰਦਾ ਵੀ ਹੇ ਵਾਹਿਗੁਰੂ, ਹੇ ਮਾਲਕ, ਮੇਰੇ ਕੋਲੋਂ ਜਿੰਨਾ ਟਾਈਮ ਇਸ ਸਰੀਰ ਵਿੱਚ ਸਵਾਸ ਨੇ ਉਹਨਾਂ ਵਕਤ ਕਿਸੇ ਤਰ੍ਹਾਂ ਦਾ ਕੋਈ ਮਾੜਾ ਕਾਰਜ ਨਾ ਕਰਵਾਏ। ਜੇ ਕਦੇ ਮਨ 'ਚ ਖਿਆਲ ਵੀ ਬਣਦਾ ਨਾ ਤਾਂ ਉਹ ਖਿਆਲ ਨੂੰ ਭੰਨਣ ਵਾਲੇ ਤੁਸੀਂ ਹੋ ਤੇ ਸ਼ੁਭ ਖਿਆਲ ਬਣਾਉਣ ਵਾਲੇ ਵੀ ਤੁਸੀਂ ਹੋ। ਗੰਦੇ ਖਿਆਲ ਟੁੱਟ ਗਏ ਤੇ ਸ਼ੁਭ ਖਿਆਲ ਬਣ ਗਏ, ਜ਼ਿੰਦਗੀ ਘੜੀ ਗਈ। ਭੰਨਣ, ਘੜਨ ਸਮਰੱਥ, ਭੰਨਣ ਵਾਲੇ ਵੀ ਤੁਸੀਂ ਹੋ ਤੇ ਘੜਨ ਵਾਲੇ ਵੀ ਤੁਸੀਂ ਹੋ। ਬਸ ਬਖਸ਼ਿਸ਼ ਇਹੀ ਕਰਨੀ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੇਵਲ ਸੱਚ ਤੋਂ ਬਿਨਾਂ ਦੂਜਾ ਹੋਰ ਕੁਝ ਨਾ ਹੋਵੇ। ਇੱਕਾ ਬਾਣੀ, ਇੱਕੋ ਸ਼ਬਦ, ਇੱਕ ਗੁਰ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਬਸ ਆਹ ਚੀਜ਼ ਦੇ ਅਸੀਂ ਧਾਰਨੀ ਬਣ ਜਾਏਗੇ, ਜਿਹਨੂੰ ਆਪਾਂ ਕੱਲ ਪੜ੍ਹਿਆ ਸੀ ਸੱਚਾ ਭੋਜਨ। ਤੇ ਅੱਜ ਪਾਤਸ਼ਾਹ ਜੀ ਫਿਰ ਜ਼ਿਕਰ ਕਰਦੇ ਨੇ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀ ਕਰਦੇ ਨੇ, ਸਾਚੀ ਬਾਣੀ। ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਨਾ ਸੱਚੀ ਬਾਣੀ ਹੈ। ਸੱਚੇ ਗੁਣ ਗਾਵਹਿ, ਉਸ ਗੁਰੂ ਦੇ ਸੱਚੇ ਗੁਣ ਇਹ ਬਾਣੀ ਦੇ ਵਿੱਚ ਲਿਖੇ ਹੋਏ ਨੇ ਪਰਮਾਤਮਾ ਦੇ। ਹੁਣ ਕਈ ਵਾਰ ਸਾਡੇ ਸਮਾਜ ਦੇ ਵਿੱਚ ਠੀਕ ਹੈ ਮਨੁੱਖ ਦੀ ਆਪੋ ਆਪਣੀ ਮਤ ਹੈ, ਆਪ ਆਪਣੀ ਬੁੱਧ ਹੈ ਜੇਤੀ। ਹੁਣ ਕੋਈ ਮਨੁੱਖ ਕਹਿੰਦਾ ਵੀ ਮੇਰੇ ਕਹੇ ਹੋਏ ਬੋਲ ਸੱਚੇ ਨੇ, ਕੋਈ ਕਹਿੰਦਾ ਮੇਰੀ ਲਿਖੀ ਹੋਈ ਕਵਿਤਾ ਸੱਚੀ ਹੈ, ਕੋਈ ਕਹਿੰਦਾ ਮੇਰਾ ਲਿਖਿਆ ਹੋਇਆ ਲੇਖ ਸੱਚਾ। ਹੁਣ ਇਹ ਦਾਅਵਾ ਤਾਂ ਆਪਾਂ ਨੂੰ ਪਤਾ, ਗੁਰੂ ਨਾਨਕ ਪਾਤਸ਼ਾਹ ਜਦੋਂ ਪਹਿਲਾਂ ਭਗਤਾਂ ਦੇ ਵੇਲ ਦੀ ਗੱਲ ਵੀ ਕਰੀਏ ਆਪਾਂ, ਬਨਾਰਸ ਦੇ ਵਿੱਚ ਕਰਨ ਵਾਲੇ ਵੀ ਬਹੁਤ ਸੀ। ਇਹ ਤਾਂ ਉਹੀ ਭੌਂਕੀ ਜਾਂਦੇ ਆ, ਉਹੀ ਬੋਲੀ ਜਾਂਦੇ ਆ। ਕੌਣ? ਭਗਤ ਰਵਿਦਾਸ ਕਬੀਰ ਵਰਗੇ, ਸਦਣੇ ਵਰਗੇ, ਨਾਮਦੇਵ ਸੈਣ ਵਰਗੇ, ਭਗਤ ਧੰਨਾ ਜੀ ਉਹੀ ਬੋਲੀ ਜਾਂਦੇ ਨੇ। ਸਾਡੇ ਬੰਨੀ ਤੱਕ ਕੇ ਵੇਖੋ, ਅਸੀਂ ਪਿਛੋਕੜ ਖੂਨ ਦੇ ਵਿੱਚੋਂ ਪੀੜ੍ਹੀ ਦਰ ਪੀੜ੍ਹੀ ਵਿਦਵਾਨ ਹਨ। ਸਾਡੇ ਪਰਿਵਾਰ ਦੇ ਵਿੱਚ, ਸਾਡੇ ਖੂਨ ਦੇ ਵਿੱਚ ਵਿਦਵਤਾ ਹੈ। ਇਹ ਕੌਣ ਨੇ? ਸਾਡੇ ਕਹੇ ਹੋਏ ਬੋਲ ਸੱਚੇ ਨੇ, ਦਾਅਵੇ ਹੋ ਰਹੇ ਆ ਨਾ।
पर भगत कबीर साहब जी ने बड़ियां सोहणियां उदाहरणां दे के समझाया। कह रहे ने असीं बाबे, असीं संत, असीं भरा, असीं फलाने, असीं बहुत जाओ। फिर आपां अगे तुरे आईए गुरु नानक साहब वाले बड़े ने, बड़े लोग मिले गुरु नानक साहब नूं जिहड़े कहंदे साडे वल्लों कवितावां रचियां होईयां ने, ਉਹ कवितावां लेख हिस्टरी थोड़ी बहुती बाणी विच ऐड कर दो। चलदी चाल पिरथी दे पुत्र ने भी कच्ची बाणी लिखी, मेहरबान ने अगे हर जी ने भी, फिर उन्हां दे अगे भाई कंकण हुंदा उहदी पीढ़ी चों आ ना। चलो थोड़ा जिहा पिछे भी निगाह मार लो, कदे सज्जू शाह हुसैन पीलू कान्हा वर्गे आए ना, साडी बाणी विच पा दे, कच्ची बाणी है ना। हालांकि अज दे दावे करन वाले बाबे, चाहे वो अपने आप नूं विद्वान कहाउंदे आ ते चाहे वो कोई अपने आप नूं संत कहाउंदे ने, पर गुरु दी मत मुताबक अपने वल्लों कीता होया दावा कवितावां नूं सच्चा कहना भी आ देखो गल सच्ची है ना। गल सच्ची जां झूठी दी नहीं, गल हुक्म मनण दी है। गल तां गुरु पातशाह ने हुक्म दी कही है ने, हुक्म रजाई चलना भी गुरु दा हुक्म आ। फिर उही लोग विवादत विषयां दे विच फस जांदे जी, आ पढ़ना चाहिदा, पढ़ना नहीं चाहिदा, आ फलानी बाणी 10वें ग्रंथ की बाणी पढ़नी नहीं चाहिए, फलानी बाणी फलाने ग्रंथ चो पढ़नी नहीं चाहिए। अपनी कही हुई गल सच्ची, फिर किवें हो सकता सोचो। बस सानू गुरु का हुक्म आ, केवल गुरु की बाणी सच्ची है जिहदे विच परमात्मा दे गुण, अकाल पुरख दे गुण ते साडी जीवन की भाव पूरी दी पूरी जिंदगी दी किमें जिउना किमें नहीं जिउना उहदे बारे समझा दिता सानू। जिउण दा ढंग गुरबाणी दसदी है ना। फिर ये गुरबाणी गुरु परमात्मा अकाल पुरख वाहिगुरु दे गुण ये सच्चे ने। बस सानू गुरु दा हुक्म आ, सानू किसी बंदे तक, किसी विद्वान तक, किसी संत तक कोई मतलब नहीं है। कच्चियां कवितावां दे दावा करन वाले सब झूठे ने, चापलूस, टौट, जप जो मर्जी लफज वरत गए। इसे करके गुरुदेव पातशाह जी कहते एक वाहिगुरु जी, एक परमात्मा जी की बाणी भाई सच्ची है। वो काल पुरख वाहिगुरु जी दे बोल उही सच्चे नेगे। सच्ची बाणी सच्चे गुण गावे, तित घर सुहेला होई राम। फिर पातशाह जी कहते उन्हां दे घरां दे विच शरीरक रूपी घर सुहेला, खुशी दे गीत, नाराजगी गम दे नहीं, खुशी दे गीत उत्थे ही सुने जाते हैं ते उत्थे ही अंदर बोले जाते हैं। हुण जेड़े कहिंदे ने भी साडे बोल ही फाइनल ने, बस इदू गाहां होर कोई सच नहीं है, साडी कविता साडी कहानी ही सच है नहीं। पातशाह जी कहंदे उन्हां नूं थोड़ा जिहा चैक करके वेखो, पैमाना ला के वेखो, जिंदगी दे विच खुशी है, खुशी दे अंदर रहो जलाओ चलदा ना, हर वक्त हर समय मत्थे त्योड़ी, वो खुशी दा प्रतीक नहीं है। खुशी दा प्रतीक वाहिगुरु जी कहते रब्बी भाने विच आनंद, आनंद सब को कहे, दावा हरेक कर दिंदा भी मैं खुश हाँ, मेरे वर्गा खुश कोई नहीं, मेरे अंदर हर वक्त आनंद है, शांति है नहीं। पातशाह जी कहते जे आनंद दावे दी गल होवे ना, भी इदां दावा करन दे नाल आनंद मिलदा होवे तां दुनिया दे विच आनंद दे संबंधी ना दावे करन वाले बहुत ने भाई। आनंद आनंद सब को कहे, शांति अंदरों सुकून ना। पर पातशाह जी कहते खुशी दा गीत, खुशी दी अंदर झलक, ये तां रब्बी प्यारियां दे विच ही है। रब्बी प्यारे कौन ने? जिन्हां ने एक गुरु दे उपदेश नूं अपनी जिंदगी च कमाया भी आ ते अगे गुरु दे केवल उपदेश नहीं वंडिया, बस अपने जीवन विच भी परोपकारी भावना बनाई ते होरां दी बनाउण दा यतन कीता। फिर पातशाह जिक्र करते ने निर्मल गुण साचे तन मन साचा, वो वाहिगुरु परमात्मा दे निर्मल गुण ने, शुभ गुण जिन्हां नूं कह दईए पवित्र गुण, साफ गुण,
ਦੁਨੀਆ ਦੇ ਵਿੱਚ ਗੁਣ ਤਾਂ ਹੈਗੇ ਨੇ, ਪਰ ਉਹਨਾਂ ਗੁਣਾਂ ਦੇ ਵਿੱਚ ਕਿਤੇ ਨਾ ਕਿਤੇ ਮੈਲ ਆ। ਮੈਲ ਤੋਂ ਭਾਵ ਕਈ ਵਾਰ ਆਪਾਂ ਵੇਖਦੇ ਹਾਂ ਵੀ ਬੰਦਾ ਬੰਦੇ ਦੀ ਵਡਿਆਈ ਕਰਦਾ, ਪਰ ਤੀਜੀ ਧਿਰ ਆ ਕੇ ਉਹ ਜੋ ਵਡਿਆਈ ਕਰ ਰਿਹਾ ਨਾ, ਜਿਹਦੀ ਹੋ ਰਹੀ ਆ, ਉਹਦੇ ਬਾਰੇ ਕੁਝ ਕਾਲਾ ਪੱਖ ਪੇਸ਼ ਕਰ ਦਿੰਦਾ ਹੈਗਾ। ਤੇ ਉਹ ਕਾਲਾ ਪੱਖ ਕੀ ਆ? ਮੈਲਾ। ਫਿਰ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੇਵਲ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਉਹ ਆਪ ਤੇ ਉਹ ਵਾਹਿਗੁਰੂ ਜੀ ਦੇ ਗੁਣਾਂ ਦੀ ਪ੍ਰਤੀਕ, ਗੁਣਾਂ ਦਾ ਖਜ਼ਾਨਾ ਗੁਰਬਾਣੀ। ਇਹ ਨਿਰਮਲ ਖਜ਼ਾਨਾ, ਇਹਦੇ ਵਿੱਚ ਮੈਲ ਨਹੀਂ ਹੈ, ਮੈਲ ਤੋਂ ਰਹਿਤ ਖਜ਼ਾਨਾ। ਕਿਤੇ ਵੀ ਕਾਲਖ ਨਹੀਂ ਹੈ। ਨਹੀਂ, ਦੁਨੀਆ ਦੇ ਵਿੱਚ ਹਰ ਇੱਕ ਵਸਤੂ ਕਾਲੀ ਹੈ, ਮੈਲੀ ਕਹਿ ਲੋ। ਮੈਲਾ ਰੱਬ, ਮੈਲਾ ਚੰਦ, ਸੂਰਜ ਵੀ ਮੈਲਾ, ਚੰਦਰਮਾ ਵੀ ਮੈਲਾ। ਸੋਚਣ ਵਾਲਾ ਵਿਸ਼ਾ ਵੀ ਗੁਰੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਨੇ। ਭਾਵ ਜੇ ਪਾਤਸ਼ਾਹ ਜੀ ਕਹਿੰਦੇ ਕੁਦਰਤ ਦੇ ਵਿੱਚ ਰਹਿਣ ਵਾਲੀਆਂ ਸਾਰੀਆਂ ਹੀ ਦਾਤਾਂ ਮੈਲੀਆਂ ਨੇ, ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜਿਹਨੇ ਕੁਦਰਤ ਨੂੰ ਸਾਜਿਆ, ਉਹ ਪਰਮਾਤਮਾ ਆਪ ਮੈਲ ਤੋਂ ਰਹਿਤ ਹੈ। ਫਿਰ ਉਹ ਵਾਹਿਗੁਰੂ ਜੀ ਨੇ ਨਾ ਸਾਡੀ ਆਤਮਾ ਉਹ ਵੀ ਮੈਲ ਤੋਂ ਰਹਿਤ ਹੀ ਪੈਦਾ ਕੀਤੀ ਆ। ਉਹ ਪਰਮਾਤਮਾ ਦੀ ਅੰਸ਼ ਆ। ਕਹੋ ਕਬੀਰ ਹਮ ਰਾਮ ਕੀ ਅੰਸ਼, ਜਿਹੜੀ ਰਾਮ ਦੀ ਪਰਮਾਤਮਾ ਦੀ ਅੰਸ਼ ਆ ਨਾ, ਆਤਮਾ ਨੂੰ ਕੋਈ ਮੈਲ ਨਹੀਂ ਹੈ, ਪਰ ਆਤਮਾ ਦੀ ਸੁਣਵਾਈ ਨਹੀਂ ਹੈ। ਹਮੇਸ਼ਾ ਮਨ ਦੀ ਸੁਣਵਾਈ ਆ। ਜਿੱਥੇ ਮੈਲੇ ਖਿਆਲ ਚੱਲਦੇ ਨੇ, ਮੈਲੇ ਖਿਆਲਾਂ ਦੀ ਭਾਵ ਸੁਣਵਾਈ ਆ ਸਮਾਜ ਦੇ ਵਿੱਚ। ਇਹ ਸਾਡੇ ਜੱਗ ਦੇ ਵਿੱਚ, ਸਾਡੇ ਜਹਾਨ ਦੇ ਵਿੱਚ। ਤਾਈਓ ਪਾਤਸ਼ਾਹ ਜੀ ਕਹਿੰਦੇ ਜੇ ਮੈਲੇ ਖਿਆਲਾਂ ਦੀ ਸੁਣਵਾਈ ਆ ਨਾ, ਤਾਂ ਪਾਕ ਪਵਿੱਤਰ ਆਤਮਾ ਵੱਲ ਕਦੇ ਬੰਦਾ ਤੱਕਿਆ ਨਹੀਂ ਹੈ, ਆਤਮਾ ਵੱਲ ਕਦੇ ਨਜ਼ਰ ਮਾਰ ਕੇ ਨਹੀਂ ਵੇਖੇਗੀ। ਆਤਮਾ ਵਿੱਚ ਕੀ ਆਵਾਜ਼ ਹੈ, ਉਸ ਆਵਾਜ਼ ਨੂੰ ਸੁਣ ਕੇ ਨਹੀਂ ਵੇਖਿਆਗਾ। ਸਾਡੀ ਆਤਮਾ ਦੇ ਵਿੱਚ ਅੰਦਰ ਕੀ ਆਵਾਜ਼ ਹੈ। ਆਤਮਾ ਦੀ ਆਵਾਜ਼ ਸੁਣਨ ਵਾਲਿਆਂ ਨੂੰ ਗੁਰੂ ਨੇ ਭਗਤ ਦਾ ਦਰਜਾ, ਸੰਤ ਦਾ ਦਰਜਾ ਦੇਤਾ। ਪਰ ਸੁਣੋ ਆਪਾਂ ਆਪਣੇ ਆਪ ਨੂੰ, ਕੀ ਅਸੀਂ ਆਤਮਾ ਦੀ ਆਵਾਜ਼ ਸੁਣਦੇ ਆ ਜਾਂ ਆਪਣੇ ਮਨ ਦੀ ਆਵਾਜ਼ ਸੁਣਦੇ ਆ? ਆਪਾਂ ਮੈਲੇ ਖਿਆਲਾਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ, ਸੁਣਦੇ ਆ, ਤੇ ਆਤਮਾ ਉਹ ਨੱਪੀ ਰਹੇਗੀ, ਉਹ ਕਿਸੇ ਖੂੰਜੇ ਲੱਗੀ ਰਹੇਗੀ। ਤਾਈਓ ਪਾਤਸ਼ਾਹ ਨੇ ਕਿਹਾ ਉਹ ਪਰਮਾਤਮਾ ਆਪ ਮੈਲ ਰਹਿਤ ਹੈ, ਪਰ ਜੋ ਆਪਾਂ ਵੇਖ ਰਹੇ ਹਾਂ ਇਹ ਸਭ ਕੁਝ ਭਾਈ ਮੈਲਾ ਹੈ। ਜੋ ਵੀ ਵੇਖ ਰਹੇ ਆ, ਜੋ ਮਰਜ਼ੀ ਨਿਸ਼ਚਾ ਬਣਾ ਲਗੇ, ਪਰ ਪਾਤਸ਼ਾਹ ਜੀ ਕਹਿੰਦੇ ਨਾ ਉਹ ਪਰਮਾਤਮਾ ਭਾਈ ਮੈਲ ਤੋਂ ਰਹਿਤ ਹੈ। ਨਿਰਮਲ ਗੁਣ ਸਾਚੇ, ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ। ਫਿਰ ਜਿਸ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ, ਉਹ ਪਰਮਾਤਮਾ ਦੀ ਆਵਾਜ਼ ਨੂੰ, ਪਰਮਾਤਮਾ ਦੇ ਬੋਲਾਂ ਨੂੰ ਸੁਣਿਆ ਜਾਵੇ, ਉਹ ਵੀ ਭਾਈ ਸੱਚੇ ਬਣ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਚੰਗੇ ਕਰਮ ਕਰਨ ਵਾਲਾ, ਚੰਗੀ ਜ਼ਿੰਦਗੀ ਦੇ ਵਿੱਚ ਸ਼ੋਭਾ ਖੱਟਣ ਵਾਲਾ। ਪਾਤਸ਼ਾਹ ਜੀ ਫਿਰ ਅਗਲੇ ਬੰਦ ਵਿੱਚ ਜ਼ਿਕਰ ਕਰਦੇ ਨੇ, ਸਭ ਸੱਚ ਵਰਤੈ ਸੱਚੋ, ਬੋਲੇ ਜੋ ਸੱਚ ਕਹੈ ਸੋ ਹੋਈ। ਰੱਬ ਦੇ ਪਿਆਰਿਓ ਭਗਤ ਜਨ ਆਪਣੀ ਜ਼ਿੰਦਗੀ ਨੂੰ ਅਜਿਹਾ ਬਣਾ ਲੈਂਦੇ ਨੇ, ਉਹਨਾਂ ਦੀ ਆਤਮਾ ਵਿੱਚੋਂ, ਹਿਰਦੇ ਵਿੱਚੋਂ ਆਏ ਹੋਏ ਬੋਲ ਉਹ ਸੱਚ ਦੇ ਬੋਲ ਨੇ। ਜਿਵੇਂ ਆਪਾਂ ਕੱਲ ਸੁਣਿਆ ਸੀ ਨਾ ਵੀ ਇੱਕ ਰੱਬ ਦੇ ਪਿਆਰੇ ਨੂੰ ਤ੍ਰਿਸ਼ਨਾਲੂ ਰਾਜੇ ਨੇ ਜਾ ਕੇ ਬੇਨਤੀ ਕੀਤੀ, ਮੈਂ ਸਭ ਨੂੰ ਲੁੱਟ ਲਿਆ, ਸਭ ਤੋਂ ਸਭ ਕੁਝ ਖੋਹ ਲਿਆ, ਪਰ ਮੇਰੀ ਨੀਤ ਅਜੇ ਤੱਕ ਨਹੀਂ ਭਰੇਗੀ। ਅੰਦਰੋਂ ਮੈਂ ਸ਼ਾਂਤ ਨਹੀਂ ਹੋ ਸਕਿਆ, ਸੰਤੋਖੀ ਨਹੀਂ ਹੋ ਸਕਿਆਗਾ। ਰਾਜੇ ਨੇ ਇਹ ਗੱਲ ਆਪਣੇ ਹਿਰਦੇ ਵਿੱਚੋਂ ਕਹੀ ਹੈ। ਜੇ ਤਾਂ ਹੁਣ ਦਿਮਾਗ ਚੋਂ ਕਹੀ ਹੁੰਦੀ ਫਿਰ ਤਾਂ ਰੱਬ ਦੇ ਪਿਆਰੇ ਨੇ ਜ਼ਿਕਰ ਕੀਤਾ ਸੀ, ਜਵਾਬ ਇਹਦਾ ਹੈ ਕੋਈ ਨਹੀਂ।
जे हिरदे चो आवाज आ ना, भाव दुखी हिरदे चो भी मैं कुछ चंगा करना चाहुंदा गा, जो मैं कीता जो मैं कराया ये सब कुछ गलत सी। फिर उथे दृष्टांत दे के हवाला दे के समझाया। पातशाह ने समझा, अपन गुरबाणी विच भी दस्या ना, वड्डे वड्डे राजन अर भूमण ताकी तृष्णा बूझी, लपट रहे माया रंग माते, लोचन कछु ना सूझी, बिख्या मैं किन ही तृप्त ना पाई, ज्यों पावक ईं तन नहीं धरापै, बिन हर कहाँ अगाई। फिर इत्थे गुरु साहब जी कहंदे जिन्हां दी फिर आत्मा दे विचों हिरदे चों बोल निकलदे आ ना, फिर उन्हां दे कहे होए बोल जगत विच एक सच दा नमूना पेश करदे ने। वो किवें पेश करदे नेगे, जिवें कि गुरु की पावन बाणी दे विच एक नहीं अनेकां ओ महान शख्सियतां दे नाम आउंदे ने। गुरु की पावन बाणी विच गुरु ग्रंथ साहिब दे विच बैठण तो पहिलां उन्हां दा जीवन काला सी, पर जदों उन्हां ने अपनी आत्मा दी आवाज़ सुन ली ना, भी अपने अंदर दे हिरदे दे विचों निकले होए बोलां नूं सुन लिया, फिर उन्हां दी जिंदगी दे विच बदलाव आ गया। वो चाहे भगत दा रूप आ, चाहे वो कोई रब्बी प्यारे गणका सदना जां अजामल वर्गे, भूमिए चोर वर्गे, विधि चंद चोर वर्गे, चाहे उन्हां दा जीवन हैगा आम रब्बी प्यारिਆਂ ਦਾ, चाहे वो खास करके भगतां दा जां किसी दा भी ला लो, जदों उन्हां ने अपनी आत्मा दी आवाज़ सुन ली, हिरदे विचों निकले होए बोल सुन ले, सच्चे बोल सुन ले, फिर उन्हां नूं हर थां ते सच जापण लग गया। भी भाव हर एक जीव दे विच ओ परमात्मा वसदा, हर एक जीव दे विच वसन वाला परमात्मा ओ दतार पुरख एक है। जो हर थां ते एक नजर आउण लग गया ना, फिर उन्हें दुविधा मिट गई। जिस जाल निध कारण तुम जग आए, उन्होंने पता लग गया जिंदगी किहो जी बन गई भी जिस कारज लई तू इत्थे आया, जिस जल निध, जल तो भाव जल पानी, निध खजाना, नाम रूपी जल खजाना, जिदे कारण करके तू इत्थे आया, सो अमृत गुर पाही जियो। ते ओ कित्थों मिलूगा? उन्हां ने अपने अंदरों आवाज़ सुनी, रब्बी प्यारिਆਂ दे बोल सुने, सो अमृत ओ अमर कर देण वाला नाम जल गुर पाही जियो, ओ गुरु कोलों मिलणागा। फिर पातशाह जी कहते सच वरत है, उन्हां दी जिंदगी दे विच फिर सच वरतना शुरू हो जाता है। फिर उन्होंने हर एक कदम दर कदम जो चलते हैं ना, सच की गल करते हैं, सच सुनते हैं, सच बोलते हैं, सच्चे परमात्मा नूं अपने हिरदे च वसाउंदे ने। कहो कबीर हम राम की अंश, राम दी अंश प्रगट होण दा ओ अपने जीवन विचों एक नमूना पेश कर दिंदे ने। कुछ एक छाप छड्ड जांदे नेगे। गुरु की पावन बाणी दा एक शब्द बड़ा प्यारा आपां पढ़दे हैं ना, हर जियो निमाणिया तू मान, नचीजिया चीज करे मेरा गोविंद। हे मेरे मालक जी, मेरे ते तुसी अजिही बख्शिश कीती, मैं सी तां ना नचीज नकम्मा, कोई मेरा आकार नहीं सी, ना शक्ल ना अकल, किसी तरह का भी मेरा जीवन वधिया नहीं सी। पर ज्यों मैं अपने अंदर दी आवाज़ नूं सुनिया, गुरु कोले गया ते ओ परमात्मा दी अंश होण दा मैनू एहसास होया। कहो कबीर हम राम की अंश। उस दिन तो फिर मैं अपने आप नूं थोड़ा जिहा चेंज करना शुरू करता, घड़ना शुरू कर दिता। तो घड़द्या घड़द्या जीवन कैसा बन गया? ऐसा बन गया भाव मैं शरीर करके भावें चला गया, पर मेरी जिहड़ी आत्मा दे विचों निकले हुए बोल, उन्हां बोलां दे मुताबक मैं काम कीते ना, वो इत्थे एक नमूना बन के रह गए। वो गुरु नानक साहिब, चाहे भगत ने, चाहे भट्ट ने, चाहे कोई भी आ,
फिर गुरु साहब जी कहते इयों भाई वो मालक परमेश्वर दतार जी दी अंश दा प्रगटावा अपने जीवन दे विच पैदा करन वाले, अपने अंदर एहसास करन वाले कुछ चंगा करदे ने। सबो सच वरता है, सब थावां ते वो सच्चे परमात्मा नूं वरतदा देखदे ने। जो कुछ करदा, जो कुछ करवा रहा हो मालक करवा रहा हैगा। फिर पातशाह जी कहते हैं ना, फिर वो लोग भाई इत्थे एक निचीज तो चीज बन जाते हैं। नचीजिया चीज करे मेरा गोबिंद, फिर तेरी कुदरत कौ करवान। फिर वो कहते ने हुण मैं तेरी कुदरत तो, तेरे तो बलहार हाँ, तेरे तो कुरबान हाँ। पहला नहीं कहते, पहला तो सारा जगत गुरु साहब ने कहना भी झूठा, झूठी देखी प्रीत जगत में, सब कुछ नासवंत है। ते जदों हुण अपने आप नूं ओ अकाल पुरख वाहिगुरू जी दी अंश होण दा एहसास होया, फिर पता लग्या भी जो कुछ है भावें झूठ, पर इह सब कुछ ओ परमात्मा दा सोमा है, उहदा खजाना। ओ वाहिगुरू जी दियां दातां ने, उहदियां अमोलक दातां, अमोलक सुगातां नूं मैं संभालां। कुछ मैं चंगा करा, कुछ वधिया करा। फिर उहदे अंदर एहसास होया, जै देखा तै सच पसरिया, अवर ना दूजा कोई। जिधर मैं देखदा हुण जह जै वेखा, तह तह तू है। जिथे जिथे वेखदा उथे उथे वो वाहिगुरू जी मालक जी नजर आउंदे ने। फिर पातशाह जी कहते ने सच्चै उपजै सच समावै, मर जन्मै दूजा होई। नानक सब किस आपे करता, आप करावै सोई। वाहिगुरू ने ऐसी किरपा कीती, हुण मैनू हर थां ते ओ परमात्मा तो बिना दूजा कोई नजर नहीं आउंदा। कदों? जदों मैं अपनी आत्मा दी आवाज़ सुन ली। हुण मैं अपने आप नूं गुणां दा धारनी, ਉਹ ਵਾਹਿਗੁਰੂ परमात्मा च गुण आ ना, ते मेरे विच भी हुण मैनूं ਉਹ मालक परमात्मा दे वांग ना, जिवें ਉਹਦੇ च गुण ने इदां गुण नज़र आउण लग गए। हुण मैं ਉਹ रब जी दा भगत बन गया। मेरे अंदर प्रेमा भगती कह लो शुरू हो गई। वो परमात्मा नूं प्रेम करे तो बिना मैं रह नहीं सकदा गा। मेरी जिंदगी च वो वाहिगुरू जी ने ऐसी बख्शिश, ऐसी किरपा कर दिती है। फिर पातशाह जी कहते ने सच्चे भगत सोहही दरबारे। फिर जिन्हां ने इउं अपने जीवन दे विच बदला लिआंदा, उन्हां ने दावा नहीं कीता मैं रब, मेरे बोल सच्चे, मेरी गल सच्ची ना। उन्होंने गल परमात्मा दी कीती है, गल कुदरत दी कीती है, गल कुदरत विच रहन वाले जीवां दे भले दी कीती है। गुरु परमात्मा तो सिख के, गुरु परमात्मा तो समझ के, पर अपने आप विच इन्ने को सोहणे बन गए। हुण चेता रखियो, सुहप्पण किस गल दा? सुहप्पण सोहणापण इस गल दा नहीं भी साडा चम सोहना होवे, साडे कपड़ा लीड़ा सोहना, इन्ना सोहना भी जिन्हों अज बंदा केवल ते केवल अपनी इस जिंदगी दे विच रहिंदा होया बर्बाद कर रहा है, बर्बादी दे लक्षण ते तुर रहा है, घर पक्षों भी ते अपने शरीरक पक्षों भी। पर गुरु साहब जी कहते वो एक अलग विशा भी तेरे तन ते सोहना वस्त्र पहनिया होवे, साफ होवे, पर इदां ना होवे भी भाव जिंदगी दे विच बेलोड़ा पहने, भी जिस चीज की लोड़ नहीं है, बेलोड़े सुहप्पड़ पिछे पै जावे ना। उन्होंने तो गुरु साहब ने वरजिया, बस साफ ते रुत मुताबक, दुनिया के मुताबक, भाव जिमें गुरु कहंदा चंगे लोकां दी मत मुताबक तेरा जीवन होवे, बाहरी तौर ते साफ ते सुथरा। बस अगली गल, जे सुहप्पण पैदा करना गा, सोहणापण पैदा करना ना, तो वह गुणा दे होना चाहिए गा। निवण सो अखर खवण गुण, जिहवा मणिया मंत, ए त्रै भैणे वेस कर तां वस आवी कंत। ओ मालक नूं किवें भावांगे जदों गुणां दा शंगार, गुणां दा सुहप्पण होवेगा। फिर असीं साडी विरती कह लो
ਸਾਡਾ ਸੁਭਾਅ ਇੱਕ ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਤੁਖਲਸ ਦੇ ਮੁਤਾਬਕ ਬਣ ਜਾਵੇਗਾ। ਭਗਤ ਅਸਮਾਨੋਂ ਨਹੀਂ ਗਿਰਦੇ, ਕੋਈ ਉਹਨਾਂ ਦਾ ਦੁਨੀਆ ਦੇ ਵਿੱਚੋਂ ਵੱਖਰਾ ਰਹਿਣ ਵਾਲਾ ਥਾਂ ਨਹੀਂ ਬਣਿਆ ਵਾ ਵੀ ਉੱਥੇ ਰਹਿੰਦੇ ਨੇ ਤੇ ਉਥੋਂ ਭਗਤ ਸਪੈਸ਼ਲ ਦੁਨੀਆ ਵਿੱਚ ਚੱਲ ਕੇ ਆਉਂਦੇ ਨੇ। ਪਹਾੜਾਂ ਦੀਆਂ ਚੋਟੀਆਂ ਤੇ ਰਹਿਣ ਵਾਲੇ ਲੋਕਾਂ ਨੂੰ ਵੀ ਬਾਬੇ ਨਾਨਕ ਨੇ ਥੱਲੇ ਤਾਰਿਆ। ਮੁੜਿਓ ਪਿੱਛੇ ਆ ਜਾਓ, ਤੁਸੀਂ ਇੱਥੇ ਬੈਠੇ ਹੋ ਤੇ ਪਿੱਛੇ ਦੇਖੋ ਦੁਨੀਆ ਵਿੱਚ ਰਹਿਣ ਵਾਲੇ ਜੀਵਾਂ ਦਾ ਕਿੰਨਾ ਬੁਰਾ ਹਾਲ ਆ। ਚਲੋ ਸਿੱਧ ਹੋ ਗਿਆ ਵੀ ਭਗਤਾਂ ਦਾ ਕੋਈ ਵੱਖਰਾ ਦੇਸ਼, ਵੱਖਰਾ ਇਲਾਕਾ, ਕੋਈ ਅਸਮਾਨ ਵਗੈਰਾ ਇਧਰੋਂ ਨਹੀਂ ਆਉਂਦੇਗੇ। ਰੱਬ ਦੇ ਭਗਤ ਗੁਣਾ ਕਰਕੇ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਦਲਾ ਲਿਆਂਦਾ ਨਾ, ਆਪਣੇ ਆਪ ਨੂੰ ਬਦਲ ਲਿਆ, ਗੁਰਮਤਿ ਮੁਤਾਬਕ ਜੀਵਨ ਜਿਉਣ ਲੱਗ ਗਿਆ, ਪਾਤਸ਼ਾਹ ਕਹਿੰਦੇ ਉਹੀ ਭਗਤ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਉਹ ਭਗਤ ਗੁਣਾ ਦੇ ਧਾਰਨੀ ਜੀਵ, ਚਾਹੇ ਉਹ ਨਿੱਕੀ ਜਾਤ ਵਾਲਾ ਤੇ ਚਾਹੇ ਵੱਡੀ ਜਾਤ ਵਾਲਾ, ਚਾਹੇ ਗਰੀਬ ਹੈ ਤੇ ਚਾਹੇ ਅਮੀਰ ਹੈ, ਚਾਹੇ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਕਰਦਾ ਤੇ ਚਾਹੇ ਉਹ ਗਲੀਆਂ ਨਾਲੀਆਂ ਸਾਫ਼ ਕਰਵਾਉਂਦਾ। ਪਰ ਗੱਲ ਕਿੱਥੇ ਆ? ਗੱਲ ਅੰਦਰ ਦੀ ਗੱਲ ਸੁਣ ਕੇ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਪੁੱਛ ਕੇ, ਗੁਰੂ ਨੂੰ ਪੁੱਛ ਕੇ ਗੁਣ ਪੈਦਾ ਕਰਨ ਵਾਲਾ ਭਗਤ ਹੈ। ਘਰ ਵਿੱਚ ਰਹਿਣ ਵਾਲਾ, ਆਪਣੇ ਘਰ ਪਰਿਵਾਰ ਦੀ ਸੰਭਾਲ ਕਰਨ ਵਾਲਾ, ਉਹ ਭਗਤ ਹੈ। ਘਰ ਪਰਿਵਾਰ ਛੱਡਣ ਵਾਲਾ ਨਹੀਂ, ਨੀਚ ਨੂੰ ਕੰਮ ਕਰਨ ਵਾਲੇ ਨੂੰ ਨਫ਼ਰਤ ਕਰਨ ਵਾਲਾ ਨਹੀਂ। ਭਾਵ ਜਿਹਨੇ ਆਪਣੇ ਆਪ ਨੂੰ ਬਦਲਿਆ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਲੈ ਲਓ, 1180 ਦਾ ਵਾਕਿਆ। ਆਪਾਂ ਨੂੰ ਪਤਾ ਵੀ ਗੁਰੂ ਕੀ ਪਾਵਨ ਬਾਣੀ ਵਿੱਚ ਜਿੱਥੇ 15 ਭਗਤਾਂ ਦਾ ਜ਼ਿਕਰ ਆ ਨਾ, ਉਹਨਾਂ 15 ਦੇ ਵਿੱਚ ਇੱਕ ਭਗਤ ਸਦਨਾ ਜੀ ਵੀ ਬੈਠੇ ਨੇ। ਚਲੋ ਵੈਸੇ ਸਾਰਾ ਇਤਿਹਾਸ, ਗੁਰੂ ਕੀ ਪਾਵਨ ਬਾਣੀ, ਇੱਕ ਇੱਕ ਪੰਨਾ, ਇੱਕ ਇੱਕ ਅੱਖਰ ਸਾਡੀ ਜ਼ਿੰਦਗੀ ਨੂੰ ਸੁਹੱਪਣ ਦੇ ਵਿੱਚ ਲੈ ਕੇ ਆਉਂਦਾ, ਗੁਣਾਂ ਦਾ ਧਾਰਨੀ ਬਣਾਉਂਦਾ ਹੈ। ਫਿਰ ਅਸੀਂ ਗੁਰੂ ਦੀ ਗੱਲ ਸੁਣ ਕੇ, ਇਤਿਹਾਸ ਦੀ ਗੱਲ ਸੁਣ ਕੇ ਨਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਸੋਹਣੇ ਬੱਚੇ ਬਣ ਜਾਵਾਂਗੇ। ਆਪਾਂ ਗੁਰੂ ਦੀ ਨਿਗਾਹ 'ਚ ਤਾਂ ਬੱਚੇ ਆ ਨਾ, ਤੇ ਗੁਰੂ ਦੀ ਨਿਗਾਹ 'ਚ ਸੋਹਣੇ ਬੱਚੇ, ਚੰਗੇ ਬੱਚੇ ਬਣ ਜਾਵਾਂਗੇ। ਹੁਣ ਜਿਨ੍ਹਾਂ ਦਾ ਜੀਵਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲੋਂ ਨਾ ਟੁੱਟ ਗਿਆ, ਉਹਨਾਂ ਦੀ ਵਿਰਤੀ, ਉਹਨਾਂ ਦੇ ਪਰਿਵਾਰ ਦੇ ਕਿੱਤੇ ਦੇ ਮੁਤਾਬਕ, ਪਿਛੋਕੜ ਦੇ ਮੁਤਾਬਕ, ਜਿਹੋ ਜੀ ਖੂਨ ਦੇ ਵਿੱਚ ਕੋਈ ਪਰਿਵਾਰਕ ਤਲ ਤੇ ਆਦਤ ਬਣੀ ਵੀ ਆ, ਉਹ ਆਦਤ ਦੇ ਮੁਤਾਬਕ ਚੱਲ ਪਈ। ਹੁਣ ਭੂਮੀਏ ਚੋਰ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੈਨੂੰ ਅਸੀਂ ਮਿਲਣਾ ਭਾਈ, ਆਪਾਂ ਇੱਕ ਥਾਂ ਤੇ ਬੈਠ ਕੇ ਨਾ 2-4 ਗੱਲਾਂ ਬਾਤਾਂ ਕਰਨੀਆਂ। ਹੁਣ ਭੂਮੀਆ ਚੋਰ ਕੀ ਕਹਿੰਦਾ, ਗੱਲਾਂ ਬਾਤਾਂ ਭਾਵੇਂ 1-2 ਦੀ ਬਜਾਏ 10 ਕਰ ਲਈ, ਭਾਵੇਂ 100 ਕਰ ਲਈ, ਪਰ ਮੈਨੂੰ ਇਉਂ ਨਾ ਪੁੱਛੀ ਤੂੰ ਕਰਦਾ ਕੀ ਆ, ਕਿਉਂਕਿ ਇਹ ਸਾਡਾ ਪੁਰਖੀ ਕਿੱਤਾ, ਚੋਰੀਆਂ ਕਰਨੀਆਂ। ਬਾਬੇ ਨਾਨਕ ਨੇ ਭੂਮੀਏ ਚੋਰ ਨੂੰ ਚੋਰੀਆਂ ਕਰਨੋਂ ਨਹੀਂ ਹਟਾਇਆਗਾ, ਬਿਨਾਂ ਹਟੀ ਨਾ, ਜਿੰਨੀਆਂ ਮਰਜ਼ੀ ਕਰੀ, ਪਰ ਉਹਨੂੰ ਸਮਝਾ ਦਿੱਤਾ ਇਸ ਤਰੀਕੇ ਨਾਲ, ਉਹ ਚੋਰੀਆਂ ਕਰਨੋਂ ਆਪੇ ਹਟ ਗਿਆ। ਗੁਰੂ ਨਾਨਕ ਟੀਚਰ ਬਹੁਤ ਵਧੀਆ ਟੀਚਰ ਹੈਗਾ। ਹੁਣ ਇੱਥੇ ਭਗਤ ਸਦਨਾ ਜੀ, ਜਿਨ੍ਹਾਂ ਨੂੰ ਭਗਤੀ ਦਾ ਦਰਜਾ ਪ੍ਰਾਪਤ ਹੋਣ ਤੋਂ ਪਹਿਲਾਂ ਲੋਕ ਸਦਨਾ ਕਸਾਈ ਕਹਿੰਦੇ ਨੇ। ਹੁਣ ਪਰਿਵਾਰਕ ਪਿਛੋਕੜ ਦੇ ਵਿੱਚੋਂ ਪਹਿਲਾਂ ਪਿਓ ਹੀ ਕੰਮ ਕਰਦਾ, ਦਾਦਾ ਉਹੀ ਕੰਮ ਕਰਦਾ ਸੀ। ਇੱਕ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧਿਤ ਹੋਣ ਕਰਕੇ ਮਾਸ ਵੇਚਣ ਦਾ ਕੰਮ ਕਰਦਾ ਨਾ, ਰੋਜ਼ਾਨਾ ਜੀਵਾਂ ਨੂੰ ਵੱਢਣਾ, ਚੁੱਕੜ ਬੱਕਰੇ ਵੱਢਣੇ, ਵੇਚਣੇ। ਕਹਿੰਦੇ ਏਦਾਂ ਜਦੋਂ ਆਪਣੇ ਪਰਿਵਾਰ ਦੀ ਰੀਤ ਮੁਤਾਬਕ ਪਰਿਵਾਰ ਨੂੰ ਮਾਸ ਵੇਚ ਕੇ ਪਾਲ ਰਿਹਾ ਨਾ, ਤੇ ਜਦੋਂ ਅੰਦਰ ਕੁਝ ਜਾਗਿਆ, ਅੰਦਰੋਂ ਕੁਝ ਬੋਲਿਆ, ਜਦੋਂ ਅੰਦਰੋਂ ਕੁਝ ਨਾ ਪੈਦਾ ਹੋਇਆ, ਅੰਦਰ ਕੁਝ ਪ੍ਰੇਮ ਪਰਮਾਤਮਾ ਦੇ ਪਰਥਾਏ ਪੈਦਾ ਹੋਇਆ। ਜਦੋਂ ਕਿਸੇ ਜੀਵ ਦੇ ਵਿੱਚੋਂ ਉਹ ਪਰਮਾਤਮਾ ਵੱਲ ਤੱਕਿਆ, ਦੇਖਿਆ, ਨਜ਼ਰ ਮਾਰੀ, ਸੁਰਤ ਦੀ ਅੱਖ ਨਾਲ ਦੇਖਿਆ ਨਾ, ਤਾਂ ਉਸ ਦਿਨ ਉਹਨਾਂ ਦਾ ਜੀਵਨ ਬਦਲ ਗਿਆ। ਹੁਣ ਇੱਥੇ ਭਗਤ ਜੀ, ਮਾਫ ਕਰਨਾ, ਪਹਿਲਾਂ ਵਾਲਾ ਜੀਵਨ, ਬਾਅਦ ਵਾਲਾ ਭਗਤ ਸਦਨਾ ਜੀ, ਪਹਿਲਾਂ ਸਦਨਾ ਕਸਾਈ ਜੀ ਆਪਣੇ ਪਰਿਵਾਰ ਦੇ ਮਤ ਮੁਤਾਬਕ ਮਾਸ ਵੇਚ ਰਿਹਾ ਨਾ ਰੋਜ਼ਾਨਾ। ਅੱਜ ਕੋਈ ਪੱਕਾ ਗਾਹਕ ਸ਼ਾਮ ਦੇ ਵਕਤ ਆਉਂਦਾ ਤੇ ਆ ਕੇ ਕਹਿੰਦਾ ਹੈਗਾ
ਵੀ ਸਦਣੇ ਮਾਸ ਲੈ ਕੇ ਜਾਣਾ। तो कहंदा कोई गल नहीं, दे देने, अपना किता ही है ना। पर जदों वेख्या मास है नहीं, पर वढ़ना की पवेगा, तुरंत किसी जीव नूं मारना पवेगा, बकरे नूं वढ़ना पवेगा। हुण सोचदा कहंदा भी जे हुण सारा बकरा वढ़ लिया, इहनूं किलो 2 किलो सेर, अद्धा सेर चाहीदा गा सुबह तक, ओदी मत मुताबक, अपनी मत मुताबक नहीं, ओ कसाई दी मत दे मुताबक सुबह तक ही खराब हो जू, बेहा हो जूगा, किसी ने लेके नहीं जाना, सारे दा सारे ही खराब हो जूगा। हुण अंदर भावना की आ भी गाहक भी नहीं मुड़न देना, गाहक पक्का ना रोज दा, ओनू भी नहीं मुड़न देना गा। हुण गाहक ना मोड़न दे चक्कर विच कहंदा चलो फिर एक पट तो बकरे नूं वढ़ दिन्ने आ, तड़के तां खड़ा रहू, तड़के तां वड्डी देना गा, इन तां इसे रही जाना ना। अपनी कहावत भी आ भी बकरे दी मां ने कद कद सुख मनाई भाई, ਉਹਨੂੰ ਬਚਾਉਣ ਦੀ, ਉਹਨਾਂ ਦਾ ਇਸੇ ਰਸਤੇ ਜਾਣਾ ਗਾ। ਚਲੋ ਜਾਣਾ ਵਿਸ਼ਕ ਸਭ ਨੇ ਆ, ਪਰ ਉਹਨਾਂ ਦਾ ਨੰਬਰ ਆ ਜਿਹੜਾ ਉਹ ਛੇਤੀ ਕਹਿ ਲੋ ਲੱਗ ਜਾਂਦਾ ਵੀ ਤੜਕੇ ਤਾਂ ਨਿਬੜੀ ਜਾਣਾ ਕੰਮ। ਹੁਣ ਇੰਨਾ ਕੁ ਵੱਢ ਕੇ ਦੇ ਦਿੰਨੇ ਆ, ਪਰ ਸੱਚ ਜਾਣੋ ਜਦੋਂ ਆਪਣੀ ਵੱਢਣ ਵਾਲੀ ਛੁਰੀ ਚੱਕ ਕੇ ਨਾ ਬੱਕਰੇ ਕੋਲ ਗਿਆ, पर जिहड़ी गल इत्थे आपां वेखणी आ ना, अंदर नूं सुनना, अपने अंदर तो कुछ पुछना, मन तो नहीं अंदर तो। मन ने तां आवाज़ दे दित्ती कहंदा वढ़ लाई, की हुंदा, मन ने तां कहता पट वढ़ दे, किलो 2 किलो दा होऊगा, इहदा निबड़ जू काम, तड़के सारा वढ़ दांगे। पर हुण बहुते ये लिखते ने कहंदे बकरा बोल पिया। चलो वाहिगुरू भला करे भी बकरा बोलदा नहीं, बकरे ने रमज भावें मारती होवे, जिवें अपने घरां दे विच पालतू पशु हुंदे ना, वो रमज दिंदे ने। आपां पिछली बाणी दे विच भी सुणिया सी भी कोई कोई रमजां पछाणदा। हुण इत्थे बकरे ने तां अपनी आवाज़ दे विच म्यांकणा, वो बंदे वांगू थोड़ी बोलूगा। कहंदे बकरा बोल पिया, पर नहीं, बकरा नहीं बोलिया, साधने कसाई दे अंदर बैठा परमात्मा बोल पिया, रब जी बोल पे, अल्लाह बोल पिया, खुदा बोल पिया। वो किवें बोलदा, सदणिया देख ला तेरी मर्जी आ, इन्हें अजे 10-12 घंटे ना तड़फना। ठीक है भी तू अपने कमरे में चला जावेगा, अपनी रिहाइश में चला जावेगा, इत्थे खड़ा सारी रात तड़फी जाऊगा ये, ते इदां जीव तड़फे तेरे लिए ठीक नहीं है। मतलब अंदरों उस जीव दे परथाए तरस पैदा होया। चलो वाहिगुरू भला करे इस गल ते भी इदू पहला तरस क्यों ना आया, पर अज वो वक्त आ गया भी साधने दे अंदर ना एक तरस दी भावना बनी, अपनी छुरी रख दी अंदर। वाहिगुरू बोल पिया ना, परमात्मा बोल पिया, छुरी रख दी ते अपने गाहक नूं की कहंदा, बई हुण नहीं मिलदा, तड़के आ जी, तड़के मिल जूगा। मेरा जी नहीं कीता बकरा वड्ढण नूं, बकरे दी लत्त वड्ढण नूं, मेरा चित्त नहीं मन्निया। चित्त ना मनण तो भाव मेरे अंदर वाहिगुरू परमात्मा बोल पिया, उन्हें मैनूं इजाजत नहीं दित्ती वढ़ दे। जे वड्ढना तो सारा वड्ढना, सारा मिस करके नहीं वढ़दा, सुबह तक खराब हो जूगा। इस करके मेरे अंदर ने मन्निया नहीं, मेरे अंदर अल्लाह बोल पिया, कहंदा मैं अज वढ़ना नहीं है यार, तू मुड़ जा। अगों अगले ने मेहना मारिया, बड़ा भगत कहंदा। हुण अपनी ये भी बोली आ ना भी जे कोई मेहना मार दे ना, कोई ताना मारे, ताना बंदे नूं सिखर दी चोटी ते ले जांदा गा। हुण अंदरों कुछ बोल पिया, उहनूं सुन लिया, बाहरों ताना वज गया, मेहना वज गया, बड़ा भगत। ते सच जाणिओ फिर बाबे नानक दी बाणी दे विच ना वड्डा भगत ही आ, ओह छोटा भगत नहीं हैगा। बड़ा भगती है ना, छोटा नहीं है। सुबह तक रस्सा ही ला दिता बकरे का, कहना जिस तो बाद एक काम ही नहीं करना। हर एक जीव दे विच परमात्मा, मैं वो काम करना जिस काम करन दे नाल मेरा परिवार भी पले ते वाहिगुरू परमात्मा दी खुशी भी मिले। कई बार अपने दिमाग दे विच निशाना होंदा ना भी जी नशे बेचण वालियां दा भी काम ही आ, कित्ता ही उन्हां दा, कित्ता तां है, पर वो नशा बेच के किसी दी जान लैंदे ने, वो किसी दा जीवन बर्बाद करदे ने। समझण वाली गल है ना। हाँ, एक वो व्यक्ति आ हुण जिहड़ा काम करदा गा ते काम करन दे नाल अपना परिवार भी पालदा ते नाल होरां दा भला भी हुंदा गा।
फिर भगत जी ने ये सोचा वो काम करना जिहड़ा काम करन दे नाल होरां दा भला भी होवे ते मेरी जिंदगी दे विच मेरे परिवार दा पालन पोषण भी चलदा रहे ते नाल रब दी उपासना भगती प्रेमा भगती शुरू कर दित्ती। उन्हां मनौतां दे मुताबक कहंदे उस टाइम ते एक बार सदना जी नूं कहंदे किसे रब दे प्यारे वल्लों ना कोई सालग्राम मिलिया, काला पत्थर मूर्ति, ओदी पूजा करनी शुरू कर दित्ती, राम राम जपना शुरू कर दिता। पर यह गल उस टाइम दे राम कहण वालियां दे हजम नहीं आई। वो कहंदे एक मुसलमान किवें राम राम कह सकदा, तो हो ही नहीं सकदा। देखो किड्डा वड्डा मतभेद आ भी एक मुसलमान राम नहीं कह सकता। जाके शिकायत की बादशाह सलामत, वो फलाना कल कसाई सी ना, अज अपने आप नूं वड्डा रब दा प्यारा कहंदा गा, वो राम राम कहंदा गा। ते उहनूं पुछया जावे भी अल्लाह कहण दी बजाए राम राम क्यों कहंदा, उहनूं सज़ा दित्ती जावे। इत्थे हक नहीं है उहनां नूं राम राम कहण दा। ਜਦੋਂ इदा शिकायत की है भगत जी नूं उस टाइम ते दस्सिया जांदा भी सज़ा भी मिली, सख्त तो सख्त सज़ा मिली, कोरड़े मारे, कुटमार होई, राम ना कहे। हुण गुरु नानक साहब दा उपदेश है ना, कोई बोले राम राम, कोई खुदाई, कोई सेवै गुसैया, कोई अल्लाह, कोई राम राम कहंदा, कोई खुदा कहंदा, कोई गुसाई कहंदा, कोई अल्लाह। भाव सब इक्को ही है, परमात्मा दा नाम जिवें ना मर्जी जिहड़े रूप दे विच मर्जी याद कर लो उहनूं कोई इतराज नहीं गा। हुण मां प्यार दे विच अपने पुੱਤ दे किन्ने नाम बदल दिंदी आ, बदल दिंदी ना, किन्ने नाम बदल दिंदी आ, हालांकि वो पुੱਤ नूं कोई इतराज नहीं है। ते कई बार पुੱਤ भी अपनी मां नूं मां कहण दी बजाए कई रूपां विच बुलाउंदा गा, ते मां नूं कोई इतराज ना, बाप नूं इतराज आ। इस करके गुरु पातशाह ने गल इसे ग्रंथ दे विच लिख दित्ती, भाई कोई इतराज नहीं, कोई कुछ कहे। गुरु पातशाह जी ने हरमंदर साहब दी बनावट 4 वर्णां नूं सांझा उपदेश 4 दरवाजे रख के दे दित्ती भी बस इत्थे आके ना आ दरवाज़िਆਂ ਦੀ महत्ता ही वेख ला की आ। इत्थे कोई वितकरा नहीं, कोई फर्क नहीं, किसी तरह के भी कोई मतभेद नहीं है। चलो कहन तो भाव आखिरकार भगत सदना जी नूं उस टाइम ते आपां नूं पता इलाहाबाद दे विच कंध दे विच किला बन रहा सी इलाहाबाद दे विच, वो कंध विच चिणकी शहीद कर दो, खत्म कर दो, बस नवेड़ दो, वढ़ दो फायदा। ते पर सच जाणिओ जदों उस टाइम ते ना इलाहाबाद दे विच बन रहे किले दे विच कंध दे विच चिणके मारन दा निश्चा बना लिया। हुण किले दी कंध वड्डी हैगी, उच्ची आ, उसर रही हैगी, उहदे विच ही धर लेटां वांग ते विच ही नपीड़ दिओ, घुੱਟ दिओ, मार दिओ। ते कुदरती तौर ते एक वाकया, एक हादसा वापरिया। किहड़ा? क्योंकि जदों रब दे प्यारिਆਂ ते मार पवे ना, रब दे प्यारे बेशक ना बोलण पर उन्हां दा मालक जरूर बोल पैंदा। उन्हां दा मालक परमात्मा वो बोल पैंदा, वो कहंदा कोई गल नहीं, जे रब्बी प्यारे नहीं ना बोलदे ते उन्हां दी सपोर्ट करन वास्ते लोग भी नहीं ना बोलदे, ते रब दे प्यारिਆਂ दी सपोर्ट विच परमात्मा बोल पैंदा गा। फिर ऐसा हादसा होया, जिहड़ी कंध विच भगत जी नूं चिणिया गया ना, ते वो कंध एकदम फट गई, जिन्ने भी कामे सी सब थल्ले आके मर गए, केवल सदना जी बच गए। उत्थे बाणी उचारण हुई आ, निरप कन्या कै कारण है, बिलावल राग दे विच भगत जी दा एक शब्द है। भगत साधना जी फिर उचारण की करते ने, मैं नाही किछ हों नाही, किछ आहे ना मोरा, अवसर लज्जा रख लो, सदना जन तोरा। जिमें तेनू चंगा लगदा सदना तेरे ही आ, बथेरे बकरे वड्डे ने, उदों मैनू तरस नहीं आया, मैं नहीं कहंदा हुण तू मेरे ते तरस मन, जिमें तेनू चंगा लगदा उवें कर ला। पर अज मैं डंडे वांग ना बिल्कुल सीधा हो गया, डंडौत वंदन अनकवार। ठीक आ, बंदा गुरु कोल ही नहीं गल कह के ना
ਨਾ ਸਰੀਰ ਨੂੰ ਸਿੱਧਾ ਤਾਂ ਕਰ ਲੈਂਦਾ, ਪਰ ਮਨ ਦੇ ਵਿੱਚੋਂ ਬਲ ਨਹੀਂ ਨਿਕਲਦੇਗੇ। ਜਿੱਦੇ ਮਨ ਚੋਂ ਬਲ ਨਿਕਲ ਗਏ ਨਾ, ਮਨ ਡੰਡੇ ਵਾਂਗ ਸਿੱਧਾ ਹੋ ਗਿਆ, ਜੀਵਨ ਦੇ ਵਿੱਚ ਬਦਲਾਅ ਉਸ ਦਿਨ ਆਉਣਾ। ਅੱਜ ਭਗਤ ਜੀ ਦਾ ਜੀਵਨ ਆ ਜਿਹੜਾ ਨਾ, ਉਹ ਡੰਡੇ ਵਾਂਗ ਸਿੱਧਾ ਹੈਗਾ। ਵਾਹਿਗੁਰੂ ਪਰਮਾਤਮਾ ਨੇ ਰਾਖੀ ਕੀਤੀ। ਫਿਰ ਉਸ ਟਾਈਮ ਤੇ ਰਾਜਾ ਭਗਤ ਜੀ ਦੇ ਚਰਨੀ ਡਿੱਗਿਆ। ਜਦੋਂ ਰਾਜਾ ਭਗਤ ਦੇ ਚਰਨੀ ਪੈ ਗਿਆ ਨਾ, ਤੇ ਉਸ ਟਾਈਮ ਤੇ ਲੋਕਾਂ ਦਾ ਚਰਨੀ ਪੈਣਾ ਤਾਂ ਸੁਭਾਵਿਕ ਹੈ। ਫਿਰ ਗੁਰੂ ਪਾਤਸ਼ਾਹ ਨੇ ਨਾ ਉਹ ਭਗਤ ਨੂੰ ਆਪਣੇ ਦਰ ਦਾ ਇੱਕ ਸ਼ਿੰਗਾਰ ਬਣਾ ਲਿਆ, ਗਹਿਣਾ ਬਣਾ ਲਿਆ। ਤੇ ਇੱਥੇ ਬਚਨ ਕੀ ਪੜਿਆ ਸੀਗਾ, ਸੱਚੇ ਭਗਤ ਸੋਹਣੇ ਦਰਬਾਰੇ। ਫਿਰ ਰੱਬ ਦੇ ਅਜਿਹੇ ਭਗਤ ਨਾ ਗੁਰੂ ਕੋਲ, ਗੁਰੂ ਦੀ ਬਾਣੀ ਵਿੱਚ, ਗੁਰੂ ਦੇ ਸਨਮੁਖ ਸੋਹੰਦੇ ਨੇ ਭਾਈ, ਚੰਗੇ ਲੱਗਦੇ ਨੇ। ਜਿਵੇਂ ਆਪਾਂ ਬੈਠੇ ਆ ਨਾ, ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਆਪਾਂ ਗੁਰੂ ਦੀ ਸੋਭਾ ਵਧਾਉਂਦੇ ਆ। ਤੇ ਸੱਚ ਜਾਣੋ, ਜਿਹਦੇ ਅੰਦਰ ਭਾਵਨਾ ਇਹ ਹੈ ਨਾ ਵੀ ਮੇਰੇ ਜਾਣ ਕਰਕੇ ਗੁਰੂ ਦਰਬਾਰ ਦੀ ਸੋਭਾ ਵਧੇ ਘਟੇ ਨਾ, ਉਹਨਾਂ ਦੀ ਮਾਲਕ ਵੀ ਸੋਭਾ ਵਧਾਉਂਦਾ ਗਾ। ਤੇ ਜਿਹਦੇ ਅੰਦਰ ਭਾਵਨਾ ਹੀ ਸਰਾਰਤ ਦੀ ਆ ਨਾ, ਵੀ ਜਦੋਂ ਮੈਂ ਵਾਗਿਆ ਉੱਥੇ ਵਹਿਵਤੀ ਕਰਨੀ ਆ, ਸਰਾਰਤੀ ਕਰਨੀ ਆ ਤੇ ਸੋਭਾ ਘਟਾਉਣੀ ਆ, ਥੋੜੇ ਕੁ ਦਿਨਾਂ ਦੇ ਵਿੱਚ ਹੀ ਵਾਹਿਗੁਰੂ ਪਰਮਾਤਮਾ ਉਹਨਾਂ ਦੀ ਸੋਭਾ ਵੀ ਘਟਾ ਦਿੰਦਾ ਗਾ। ਇੱਥੇ ਜੇ ਭਗਤ ਦੀ ਸੋਭਾ ਤਾਂ ਗੁਰੂ ਦੀ ਸੋਭਾ, ਗੁਰੂ ਦੀ ਸੋਭਾ ਤਾਂ ਭਗਤ ਦੀ ਸੋਭਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨਾ, ਉਹ ਪਰਮਾਤਮਾ ਦੇ ਭਗਤ ਮਾਲਕ ਦੇ ਦਰ ਤੇ ਖੜੇ ਸੋਹਣੇ ਲੱਗਦੇ ਨੇ ਭਾਈ। ਖੜੇ ਤੋਂ ਭਾਵ ਗੁਰੂ ਦੀ ਗੱਲ ਕਰਦੇ, ਗੁਰੂ ਦੀ ਮੱਤ ਮੁਤਾਬਕ ਜੀਵਨ ਜਿਉਣ ਵਾਲੇ, ਗੁਰੂ ਦੀ ਮੱਤ ਦਾ ਉਪਦੇਸ਼ ਦੇਣ ਵਾਲੇ, ਉਹ ਆਪ ਵੀ ਤੇ ਆਪਣੇ ਗੁਰੂ ਦੀ ਸੋਭਾ ਵਧਾਉਂਦੇ ਨੇ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਫਿਰ ਉਹਨਾਂ ਦਾ ਜੀਵਨ ਐਸਾ ਬਣ ਜਾਂਦਾ। ਫਿਰ ਪਾਤਸ਼ਾਹ ਜੀ ਬਾਤ ਜ਼ਿਕਰ ਕਰਦੇ ਨੇ, ਘਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ। ਹਰ ਇੱਕ ਸਰੀਰ ਦੇ ਵਿੱਚ ਉਹ ਵਾਹਿਗੁਰੂ ਜੀ ਦੀ ਬਾਣੀ ਹੈ। ਬੋਲ ਹਨ ਪਰ ਪਰਖ ਪਛਾਣ ਕੋਈ ਕੋਈ ਕਰ ਲੈਂਦਾ ਹੈ। ਆਪ ਪਛਾਣੇ ਤਾਂ ਸੱਚ ਜਾਣੇ, ਸਾਚੇ ਸੋਝੀ ਹੋਈ। ਜਿਨ੍ਹਾਂ ਨੇ ਫਿਰ ਪਰਖ ਕੀਤੀ, ਉਹਨਾਂ ਦੇ ਜੀਵਨ ਵਿੱਚ ਉਹਨਾਂ ਨੂੰ ਸੋਝੀ ਆ ਜਾਂਦੀ ਹੈ, ਲਿਆਕਤ ਸਿਆਣਪ ਉਹਨਾਂ ਨੂੰ ਆ ਜਾਂਦੀ ਹੈ। ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਨਾ, ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਹੋਈ। ਫਿਰ ਐਸਾ ਗੁਰੂ ਦੀ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਉਹਨਾਂ ਦੇ ਜੀਵਨ ਵਿੱਚ ਰੰਗ ਚੜ੍ਹਦਾ, ਹੋਰ ਕਿਸੇ ਰੰਗ ਦੇ ਉਹ ਗਾਹਕ ਨਹੀਂ ਬਣਦੇ। ਇੱਕ ਮਾਲਕ ਦੇ ਪਿਆਰ ਦੇ ਹੀ ਗਾਹਕ ਬਣਦੇ ਨੇਗੇ। ਇਹ ਰੱਬ ਦੇ ਪਿਆਰ ਦਾ ਹੀ ਰੰਗ ਉਹਨਾਂ ਨੂੰ ਚੜ ਜਾਂਦਾ ਹੈ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਏ। ਉਹਨਾਂ ਨੂੰ ਹੀ ਸੱਚ ਪ੍ਰਾਪਤ ਹੋ ਜਾਂਦਾ, ਜਿਨ੍ਹਾਂ ਨੇ ਆਪਣਾ ਕਰਮ ਸੋਹਣਾ ਬਣਾਇਆ। ਇੱਥੋਂ ਤੱਕ ਵਿਚਾਰ ਸਮਾਪਤ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ